ਨਰਿੰਦਰ ਭੁੱਲਰ ਦੀ ਕਹਾਣੀ ਹੈ ਫੈਸਲਾ। ਅਚਾਨਕ ਹੀ ਪਿਤਾ ਜੀ ਨੇ ਫੈਸਲਾ ਬਦਲ ਦਿੱਤਾ ਸੀ। ਤਾਇਆ ਮੇਰਾ ਕੱਚਾ ਜਿਹਾ ਹੋਇਆ ਮੰਜੇ ਤੇ ਬੈਠਾ ਬੈਠਾ ਪੁੰਜਿਓਂ ਤੀਲਾ ਚੁੱਕ ਕੇ ਲਕੀਰਾਂ ਜਿਹੀਆਂ ਵਾਹੁਣ ਲੱਗ ਪਿਆ ਸੀ। ਉਹਨੂੰ ਕੁਝ ਸੁੱਝ ਨਹੀਂ ਸੀ ਰਿਹਾ। ਬੰਦਾ ਆਪਣੀਆਂ ਨਜ਼ਰਾਂ 'ਚ ਡਿੱਗ ਕੇ ਕਿੰਨਾ ਅਸਹਾਏ ਜਿਹਾ ਹੋ ਜਾਂਦਾ ਹੈ। ਮੇਰੇ ਤਾਏ ਦੇ ਚਿਹਰੇ ਉੱਤੇ ਛਾਈ ਸ਼ਰਮਿੰਦਗੀ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਸੀ। ਜਦੋਂ ਵਿਸ਼ਵਾਸ ਟੁੱਟਦਾ ਹੈ ਤਾਂ ਬੰਦਾ ਅੰਦਰੋਂ ਕਿਵੇਂ ਚੀਣਾ ਹੋ ਜਾਂਦਾ ਹੈ। ਸ਼ਬਦ ਕਿੰਨੇ ਊਣੇ ਹੋ ਜਾਂਦੇ ਹੈ। ਇਸ ਗੱਲ ਦਾ ਅਹਿਸਾਸ ਮੈਨੂੰ ਆਪਣੇ ਪਿਤਾ ਜੀ ਦਾ ਜ਼ੋਰ ਦੀ ਹਿਲਦੇ ਹੱਥਾਂ ਤੇ ਮੂੰਹ ਵਿੱਚ ਹੀ ਰਹਿ ਜਾਂਦੇ ਸ਼ਬਦਾਂ ਤੋਂ ਹੋਇਆ ਸੀ। ਉਹ ਫੌਜ ਵਿੱਚ ਝੂਲੇ ਦੀ ਨਾਮ ਬਿਮਾਰੀ ਲੈ ਕੇ ਮੁੜੇ ਸਨ। ਉਂਝ ਵੱਖ-ਵੱਖ ਫੌਜੀ ਹਸਪਤਾਲਾਂ 'ਚ ਉਹਨਾਂ ਦਾ ਇਲਾਜ ਹੁੰਦਾ ਰਿਹਾ ਸੀ, ਪਰ ਜਦੋਂ ਰੋਗ ਠੀਕ ਨਾ ਹੋਇਆ ਤਾਂ ਅਗਲਿਆਂ ਨੇ ਪੈਨਸ਼ਨ ਦੇ ਕੇ ਘਰ ਤੋਰ ਦਿੱਤਾ ਸੀ। ਉਹ ਕੋਈ ਕੰਮ ਕਰਨ ਜੋਗੇ ਨਹੀਂ ਸਨ ਰਹੇ। ਕਮਾਈ ਦਾ ਵਸੀਲਾ ਮੁੱਕ ਗਿਆ ਸੀ। ਇਹ ਗੱਲ ਇੰਨੀ ਅਚਾਨਕ ਵਾਪਰੀ ਸੀ ਕਿ ਘਰ 'ਚ ਭੁਚਾਲ ਆ ਗਿਆ ਸੀ। ਪੈਨਸ਼ਨ ਦੇ ਸਿਰ ਗੁਜ਼ਾਰਾ ਚੱਲਣਾ ਮੁਸ਼ਕਿਲ ਸੀ। ਬੀਜੀ ਸਾਰਾ ਦਿਨ ਸੋਚਾਂ 'ਚ ਗੁਆਚੇ ਰਹਿੰਦੇ। ਇੱਕ ਦਿਨ ਟੁੱਟਣਾ ਮੁਹਾਲ ਹੋ ਗਿਆ। ਪਰ ਮਕਾਨ ਦੇ ਕਿਰਾਏ ਵਾਲਾ ਮਹੀਨਾ ਛਾਲਾ ਮਾਰਦਾ ਲੰਘ ਜਾਂਦਾ ਤੇ ਕਿਰਾਏ ਦਾ ਸਵਾਲ ਜੀਵਨ ਮੌਤ ਦਾ ਸਵਾਲ ਬਣ ਕੇ ਖੜ ਜਾਂਦਾ। ਪਿਤਾ ਜੀ ਦੇ ਲਿਆਂਦੇ ਪੈਸੇ ਹੌਲੀ ਕਰਕੇ ਖੁਰਨ ਲੱਗ ਪਏ। ਵੱਡੀ ਭੈਣ ਨੂੰ ਸਕੂਲੋਂ ਹਟਾ ਲਿਆ ਗਿਆ। ਬੀਜੀ ਨੇ ਜ਼ਿੰਦਗੀ 'ਚ ਪਹਿਲੀ ਵਾਰ ਲੋਕਾਂ ਦੇ ਕੱਪੜੇ ਸਿਉਣੇ ਸ਼ੁਰੂ ਕੀਤੇ। ਪਹਿਲੀ ਵਾਰ ਸਾਡੇ ਘਰ ਪੈਲੀਆਂ ਵਿੱਚੋਂ ਤੋੜ ਕੇ ਲਿਆਂਦੇ ਚਲਾਈ ਤੇ ਇੱਟ ਸਿੱਟ ਦਾ ਸਾਗ ਰਿੱਝਣਾ ਸ਼ੁਰੂ ਹੋਇਆ। ਮੈਂ ਵਰਦੀ ਤੇ ਜ਼ਰੂਰੀ ਕਾਪੀਆਂ ਕਿਤਾਬਾਂ ਤੋਂ ਬਿਨਾਂ ਸਕੂਲ ਜਾਣ ਲੱਗ ਪਿਆ ਤੇ ਸਜ਼ਾ ਵਜੋਂ ਮੈਨੂੰ ਰੋਜ਼ ਬੈਂਚ ਉੱਤੇ ਬਾਹਾਂ ਉੱਪਰ ਕਰਕੇ ਖੜੇ ਹੋਣਾ ਪੈਂਦਾ ਜਾਂ ਸਵੇਰ ਵੇਲੇ ਠਰੂ ਕਰਦੇ ਹੱਥਾਂ ਉੱਤੇ ਬੈਂਤ ਦੀ ਮਾਰ ਸਹਿਣੀ ਪੈਂਦੀ। ਇਹਨਾਂ ਹੀ ਦਿਨਾਂ 'ਚ ਮੈਂ ਸਕੂਲੋਂ ਵਰਦੀ ਲੈਣ ਲਈ ਅਰਜ਼ੀ ਲਿਖੀ। ਬੀਜੀ ਸਾਰਾ ਦਿਨ ਸਿਲਾਈ ਕਰਦੇ ਰਹਿੰਦੇ। ਮੁਹੱਲੇ ਦੀਆਂ ਜਨਾਨੀਆਂ ਦੀ ਆਵਾਜਾਈ ਚੱਲਦੀ ਰਹਿੰਦੀ। ਉਹ ਲੀੜੇ ਸਿਉਣ ਦੇਣ ਆਈਆਂ ਸਾਡੇ ਘਰ ਉੱਤੇ ਪਈ ਰੱਬ ਦੀ ਮਾਰ ਦੀ ਗੱਲ 'ਚ ਹੋ ਬੈਠਦੀਆਂ। ਬੀਜੀ ਇਹ ਗੱਲਾਂ ਸੁਣਦੇ ਕੰਮ ਛੱਡ ਕੇ ਰੋਣ ਲੱਗ ਪੈਂਦੇ। ਉਹ ਰੱਬ ਉੱਤੇ ਭਰੋਸਾ ਰੱਖਣ ਲਈ ਕਹਿੰਦੀਆਂ, ਤੂੰ ਘਾਬਰ ਨਾ, ਕੱਲ੍ਹ ਨੂੰ ਮੁੰਡਾ ਗੱਭਰੂ ਹੋ ਗਿਆ ਤਾਂ ਸਾਰੇ ਧੋਣੇ ਧੋਤੇ ਜਾਣਗੇ। ਉਹਦੇ ਘਰ ਦੇਰ ਆ ਹਨੇਰ ਨਹੀਂ। ਤੂੰ ਇਹਨੂੰ ਪੜ੍ਹਨੋਂ ਹਟਾ ਕੇ ਕੰਮ 'ਤੇ ਪਾ ਦੇ, ਸਾਲ ਖੰਡ ਨੂੰ ਕਮਾਈ ਜੋਗਾ ਹੋ ਜਾਊ। ਕੋਈ ਹੋਰ ਕਹਿੰਦੀ। ਮੈਂ ਕਿਤਾਬਾਂ ਤੋਂ ਧਿਆਨ ਹਟਾ ਕੇ ਉਹਦੇ ਵੱਲ ਗੁੱਸੇ ਨਾਲ ਵੇਂਦਾ ਤੇ ਫਿਰ ਪੜ੍ਹਨ ਲੱਗ ਪੈਂਦਾ। ਨਾ ਕੁੜੇ, ਪੜ੍ਹਨੋਂ ਨਾ ਹਟਾਈ ਤੂੰ ਇਹਨੂੰ, ਇਹਦੀ ਕੰਮ ਕਰਨ ਦੀ ਉਮਰ ਆ ਕੋਈ। ਮਾਸੀ ਤਾਰੂ ਕਹਿੰਦੀ, ਜਿਹਦਾ ਆਪਣਾ ਪੁੱਤ ਐਸਾ ਬਿਮਾਰ ਪਿਆ ਸੀ ਕਿ ਮੁੜ ਮੰਜੇ ਤੋਂ ਜਿਉਂਦਾ ਨਹੀਂ ਸੀ ਉੱਠਿਆ ਤੇ ਉਹਦੇ ਦਿਨਾਂ ਨੂੰ ਘੁੱਪ ਹਨੇਰੇ 'ਚ ਬਦਲ ਗਿਆ ਸੀ। ਉਹ ਮੈਨੂੰ ਪੁੱਤਾਂ ਵਾਂਗ ਹੀ ਪਿਆਰ ਕਰਦੀ ਤੇ ਅਜਿਹੇ ਮੌਕੇ ਮੈਂ ਉਹਦੀ ਬੁੱਕਲ ਦਾ ਨਿੱਘ ਮਹਿਸੂਸ ਕਰਦਾ ਹੋਇਆ ਸਿਰ ਉਹਦੀ ਛਾਤੀ ਨਾਲ ਘੁੱਟ ਦਿੰਦਾ ਤੇ ਫਿਰ ਉਹਦੀ ਪੋਲੇ ਜਿਹੇ ਉਂਗਲ ਵੱਖੀ 'ਚ ਖੋਪ ਦਿੰਦਾ। ਉਹ ਸਿਸਕਦੀ ਇੱਕਦਮ ਹੱਸ ਪੈਂਦੀ। ਉਹਦੀ ਪਕੜ ਢਿੱਲੀ ਪੈ ਜਾਂਦੀ। ਮੈਂ ਬੁੱਕਲ 'ਚੋਂ ਨਿਕਲ ਕੇ ਭੱਜ ਪੈਂਦਾ ਤੇ ਉੱਠ ਖਲੋ ਕੁੱਤਿਆ ਸਵਾਰਦੀਆਂ ਤੇਰੀ ਭੁਗਤ ਕਹਿੰਦੀ ਮੇਰੇ ਮਗਰ ਭੱਜ ਉੱਠਦੀ। ਮੈਂ ਪਰੇ ਜਾ ਕੇ ਤਾੜੀ ਮਾਰ ਕੇ ਹੱਸ ਪੈਂਦਾ। ਮੈਨੂੰ ਸਕੂਲੋਂ ਹਟਾ ਲੈਣ ਦੀ ਗੱਲ ਉਹਨੂੰ ਕਦੇ ਪਸੰਦ ਨਾ ਆਉਂਦੀ। ਫੁੱਲ ਵਰਗਾ ਮੁੰਡਾ, ਅੱਜ ਦੀ ਕੰਮ ਕਰਨ ਦੀ ਉਮਰ ਹੈ। ਇਹਦੀ ਉਮਰ ਦੇ ਨਿਆਣੇ ਤਾਂ ਸਵੇਰੇ ਸੁੱਤੇ ਪਏ ਆਵਾਜ਼ ਨਹੀਂ ਕੱਢਦੇ। ਪੜ੍ਹਨ ਦੇ ਸੂਏ ਨੂੰ, ਉਹ ਮੇਰੇ ਬੀਜੀ ਨੂੰ ਕਹਿੰਦੀ ਰਹਿੰਦੀ। ਬੀਜੀ ਇਹ ਗੱਲਾਂ ਸੁਣਦੇ ਰਹਿੰਦੇ ਤੇ ਕੰਮ ਕਰਦੇ ਰਹਿੰਦੇ। ਪਿਤਾ ਜੀ ਤਾਂ ਸਾਰਾ ਦਿਨ ਘਰੇ ਪਏ ਰਹਿੰਦੇ ਜਾਂ ਫਿਰ ਰੰਦਾ ਤੇ ਤੇਸਾ ਬੋਰੀ 'ਚ ਪਾ ਕੇ ਕਿਸੇ ਨਾ ਕਿਸੇ ਦੁਕਾਨ ਉੱਤੇ ਮਾੜਾ ਮੋਟਾ ਕੰਮ ਕਰ ਆਉਂਦੇ। ਸਕੂਲੋਂ ਆ ਕੇ ਮੈਂ ਵੀ ਮਦਦ ਕਰਾਉਂਦਾ। ਸ਼ੁਰੂ 'ਚ ਤਾਂ ਰਿਸ਼ਤੇਦਾਰਾਂ ਨੇ ਮਦਦ ਕੀਤੀ। ਕੋਈ ਕਣਕ ਦੇ ਜਾਂਦਾ, ਕੋਈ ਮੱਕੀ। ਪਿੰਡ ਗਿਆਂ ਦੇ ਪੱਲੇ ਮਿਰਚਾਂ ਦਾਲ ਬੰਨ੍ਹ ਦਿੰਦੇ, ਪਰ ਘਰ 'ਚ ਭੰਗ ਭੁੱਜਣੋਂ ਨਹੀਂ ਸੀ ਹਟੀ। ਇੱਕ ਵੇਲੇ ਦੀ ਖਾ ਕੇ ਦੂਜੇ ਵੇਲੇ ਦਾ ਫਿਕਰ ਪੈ ਜਾਂਦਾ। ਮੇਰੀ ਵੱਡੀ ਭੈਣ ਲਿਫਾਫੇ ਵਿੱਚੋਂ ਸਾਰਾ ਆਟਾ ਗੁੰਨ ਕੇ ਪਹਿਲਾਂ ਰੋਟੀਆਂ ਪਕਾਉਂਦੀ, ਫਿਰ ਗਿਣਦੀ ਤੇ ਸਾਰਿਆਂ ਨੂੰ ਗਿਣਤੀ ਦੀਆਂ ਰੋਟੀਆਂ ਧਰ ਕੇ ਹਦਾਇਤ ਕਰਦੀ, ਰੋਟੀਆਂ ਇੰਨੀਆਂ ਹੀ, ਹੋਰ ਨਾ ਮੰਗਿਓ। ਤੇ ਇਹ ਗਿਣਤੀ ਕਦੇ ਵੱਧ ਹੁੰਦੀ, ਕਦੇ ਘੱਟ, ਕਦੇ ਰੱਜ ਕੇ ਉੱਠਦੇ, ਕਦੇ ਅੱਧੇ ਭੁੱਖੇ। ਇਹਨਾਂ ਹੀ ਦਿਨਾਂ 'ਚ ਇੱਕ ਵਾਰ ਬੀਜੀ ਨੇ ਕਿਸੇ ਨੂੰ ਕਿਹਾ ਵੀ ਪੈਸਾ ਹੱਥਾਂ ਦੀ ਮੈਲ ਨਹੀਂ, ਲਹੂ ਹੁੰਦਾ ਹੈ। ਮੈਨੂੰ ਭਾਵੇਂ ਉਦੋਂ ਇਸ ਗੱਲ ਦੀ ਤੀਬਰਤਾ ਦਾ ਅਹਿਸਾਸ ਨਹੀਂ ਹੋਇਆ, ਪਰ ਮਗਰੋਂ ਦੇ ਵਰ੍ਹਿਆਂ 'ਚ ਮੈਨੂੰ ਇਹ ਸੱਚ ਵੀ ਆਪਣੇ ਪਿੰਡੇ ਉੱਤੇ ਹੰਢਾਉਣਾ ਪਿਆ। ਹੌਲੀ ਰਿਸ਼ਤੇਦਾਰਾਂ ਨੇ ਸਾਨੂੰ ਸਾਡੇ ਹਾਲ ਉੱਤੇ ਛੱਡ ਦਿੱਤਾ, ਪਰ ਮੇਰੇ ਤਾਏ ਨੂੰ ਭਰਦਾ ਦੁੱਖ ਸੀ। ਉਹ ਮਨੋਂ ਸਾਡੀ ਮਦਦ ਕਰਨਾ ਚਾਹੁੰਦਾ ਸੀ, ਪਰ ਸਾਡੇ ਲਈ ਸਭ ਕੁਝ ਸ਼ਹਿਰ ਢੋਣਾ ਉਹਦੇ ਵਾਸਤੇ ਮੁਸ਼ਕਿਲ ਸੀ ਤੇ ਉਹਦੇ ਆਪਦੇ ਘਰ ਲੜਾਈ ਪੈਂਦੀ ਸੀ। ਇਹਨਾਂ ਹੀ ਦਿਨਾਂ 'ਚ ਇੱਕ ਦਿਨ ਉਹਨੇ ਮੱਸਿਆ ਨਹਾਉਣ ਆਏ ਨੇ ਪਿਤਾ ਜੀ ਨੂੰ ਕਿਹਾ ਸੀ, ਤੁਸੀਂ ਪਿੰਡ ਚਲੇ ਚੱਲੋ, ਆ ਸ਼ਹਿਰ ਦਾ ਖਰਚਾ ਹੁਣ ਥੋਤੋਂ ਪੁੱਗਣਾ ਨਹੀਂ।
ਰੋਗੀ ਹੋ ਜਾਣ ਕਰਕੇ ਪਿਤਾ ਜੀ ਦਾ ਮਨ ਇੰਨਾ ਡੋਲਿਆ ਹੋਇਆ ਸੀ ਕਿ ਉਹ ਕੋਈ ਵੀ ਫੈਸਲਾ ਨਹੀਂ ਸੀ ਕਰ ਸਕਦੇ। ਜਿੱਧਰ ਕੋਈ ਲਾਉਂਦਾ ਉੱਧਰ ਲੱਗ ਜਾਂਦੇ। ਰਿਟਾਇਰ ਹੋਣ ਤੋਂ ਮਗਰੋਂ ਕਿਸੇ ਨੇ ਮਾੜੀ ਮੋਟੀ ਦੁਕਾਨ ਪਾਉਣ ਦੀ ਸਲਾਹ ਦਿੱਤੀ, ਉਹ ਝੱਟ ਮੰਨ ਗਏ। ਪਰ ਦੁਕਾਨਦਾਰੀ ਦੇ ਗੁਰਾਂ ਤੋਂ ਬਿਨਾਂ ਦੁਕਾਨ ਕਿਵੇਂ ਚੱਲੇ? ਸਾਰੀ ਉਮਰ ਤਾਂ ਫੌਜ 'ਚ ਪਰੇਡ ਕੀਤੀ ਸੀ ਜਾਂ ਬਿਸਤਰਾ ਬੋਰੀਆ ਬੰਨ੍ਹ ਕੇ ਇੱਕ ਛਾਉਣੀ ਤੋਂ ਦੂਜੀ ਛਾਉਣੀ ਦਾ ਸਫ਼ਰ ਕੀਤਾ ਸੀ। ਦੁਕਾਨ ਚਲਾਉਣ ਲਈ ਗੱਲਾਂ ਮਾਰਨ ਦੀ ਜਾਚ ਆਉਣੀ ਚਾਹੀਦੀ ਸੀ, ਉਹ ਸੀ ਨਹੀਂ। ਸੋ ਦੁਕਾਨ ਫੇਲ ਹੋ ਗਈ। ਫਿਰ ਉਹਨਾਂ ਦੀ ਸਿਹਤ ਮੁਤਾਬਕ ਲੋਕ ਕੋਈ ਨਾ ਕੋਈ ਕੰਮ ਦੱਸਦੇ ਰਹਿੰਦੇ ਤੇ ਉਹ ਕਰਦੇ ਰਹਿੰਦੇ। ਹੁਣ ਜਦੋਂ ਤਾਏ ਨੇ ਪਿੰਡ ਚੱਲਣ ਲਈ ਕਿਹਾ ਤਾਂ ਉਹ ਨਾ ਕਰ ਸਕੇ। ਠੀਕ ਆ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰ ਲੈਂਦੇ ਆ, ਉਹਨੇ ਸਾਰੀ ਗੱਲ ਤਾਏ ਦੇ ਸਿਰ ਸੁੱਟਦਿਆਂ ਕਿਹਾ। ਪਿੰਡ ਵਾਲਾ ਥਾਂ ਖਾਲੀ ਪਿਆ, ਕੁੱਤੇ ਹੱਗਦੇ ਆ ਉੱਥੇ। ਤੁਹਾਡੇ ਜਾਣ ਨਾਲ ਘਰ ਫੇਰ ਵਸ ਜਾਊ। ਇੱਕ ਕੋਠਾ ਲਿਪ ਪੋਚ ਦਿੰਦੇ ਆ ਪਹਿਲਾਂ। ਮੇਰੇ ਤਾਏ ਨੇ ਸਾਰੀ ਸਕੀਮ ਦੱਸੀ। ਉਹ ਸਾਡੇ ਜੱਦੀ ਪਿੰਡੋਂ ਉੱਠ ਕੇ ਨੇੜੇ ਦੇ ਪਿੰਡ ਸੇਪ ਕਰਦਾ ਸੀ, ਇਸ ਲਈ ਪੁਰਾਣਾ ਘਰ ਕਈ ਵਰ੍ਹਿਆਂ ਤੋਂ ਵਿਹਲਾ ਪਿਆ ਸੀ। ਮੀਆਂ ਝੜੀਆਂ ਦੀ ਮਾਰ ਸਹਿੰਦਿਆਂ ਕੱਚੀਆਂ ਛੱਤਾਂ ਬਹਿ ਗਈਆਂ। ਕੰਧਾਂ ਤੋਂ ਵੱਡੇ ਵੱਡੇ ਲਿਓੜ ਡਿੱਗ ਪਏ ਸਨ ਤੇ ਕੱਚੀ ਮਿੱਟੀ ਰੋੜਾਂ 'ਚ ਵੱਟ ਗਈ ਸੀ। ਅਸੀਂ ਨਹੀਂ ਜਾਣਾ ਪਿੰਡ, ਮੇਰੇ ਬੀਜੀ ਨੇ ਤਾਏ ਦੀ ਸਕੀਮ ਉੱਤੇ ਪਾਣੀ ਫੇਰਦਿਆਂ ਕਿਹਾ। ਇੱਥੇ ਖਾਈ ਜਾਵਾਂਗੇ ਅਸੀਂ ਰੁੱਖੀ ਮਿੱਸੀ। ਤਾਏ ਨੂੰ ਇਸ ਜਵਾਬ ਦੀ ਆਸ ਨਹੀਂ ਸੀ। ਉਹ ਹੋਰੂ ਜਿਹਾ ਝਾਕਣ ਲੱਗ ਪਿਆ। ਪਤਾ ਨਹੀਂ ਬੀਜੀ ਇੰਜ ਕਿਉਂ ਬੋਲੇ ਸਨ। ਤਾਇਆ ਦਿਲੋਂ ਸਾਡੀ ਮਦਦ ਕਰਨੀ ਚਾਹੁੰਦਾ ਸੀ, ਪਰ ਬੀਜੀ ਪਿੰਡ ਜਾਣ ਲਈ ਤਿਆਰ ਨਹੀਂ ਸਨ। ਸ਼ਾਇਦ ਉਹਨਾਂ ਦੇ ਮਨ 'ਚ ਉਹ ਗੁੱਸਾ ਹੋਵੇ ਜਦੋਂ ਉਹਨਾਂ ਘਰ ਦੇ ਸਾਂਝੇ ਸਮਾਨ ਦੀ ਵੰਡ ਕਰਦਿਆਂ ਸਾਡੇ ਪੱਲੇ ਕੁਝ ਵੀ ਨਹੀਂ ਸੀ ਪਾਇਆ। ਬੀਜੀ ਹੋਰੀ ਇੱਕ ਤਰ੍ਹਾਂ ਖਾਲੀ ਹੱਥੀਂ ਨਿਕਲੇ ਸਨ ਉਸ ਘਰੋਂ। ਹੁਣ ਵੀ ਸ਼ਾਇਦ ਉਹਨਾਂ ਨੂੰ ਤਾਏ ਉੱਤੇ ਜਿਵੇਂ ਵਿਸ਼ਵਾਸ ਨਹੀਂ ਸੀ ਆ ਰਿਹਾ। ਕਿਉਂ, ਕਿੱਥੋਂ ਖਾਈ ਜਾਊਂਗੇ ਰੁੱਖੀ ਮਿੱਸੀ? ਕੰਮ 'ਚ ਲੱਤ ਅੜਾਉਣ ਦੀ ਤਾਂ ਤੇਰੀ ਆਦਤ ਆ, ਪਿਤਾ ਜੀ ਗੁੱਸੇ 'ਚ ਬੋਲੇ। ਮੈਂ ਤਾਂ ਤੁਹਾਡੀ ਤੰਗੀ ਵੇਖ ਕੇ ਆਨਾ। ਇੱਥੇ ਹਰੇਕ ਚੀਜ਼ ਮੁੱਲ ਦੀ ਹੈ, ਉੱਥੇ ਦੁੱਧ ਘਰ ਦਾ ਹੋਊ, ਨਿਆਣਿਆਂ ਦੇ ਮੂੰਹ 'ਚ ਭੋਰਾ ਥਿੰਦਾ ਪਊ। ਸਾਗ ਪੱਠੇ ਦੀ ਕੋਈ ਤੋਟ ਨਹੀਂ ਉੱਥੇ। ਤਾਏ ਨੇ ਪਿੰਡ ਦੇ ਫਾਇਦੇ ਗਿਣਾਏ। ਸਾਗ ਪੱਠਾ ਸਾਡੇ ਲਈ ਕੌਣ ਲਈ ਬੈਠਾ ਹੈ ਉੱਥੇ? ਸਾਡੇ ਕਿਹੜੇ ਮੁਰੱਬੇ ਆ ਉੱਥੇ? ਕਾਹਦੇ ਸਿਰ 'ਤੇ ਚਲੀਏ ਪਿੰਡ? ਔਰ ਢੱਠੇ ਕੋਠਿਆਂ ਦੇ ਸਿਰ 'ਤੇ। ਬੀਜੀ ਨੇ ਸਿਰ ਦਾ ਪੱਲਾ ਠੀਕ ਕਰਦਿਆਂ ਗੁੱਸੇ 'ਚ ਕਿਹਾ। ਚੱਲ ਭਾਈ ਬੀਬਾ, ਸਾਡਾ ਕੋਈ ਜ਼ੋਰ ਹੈ, ਅਸੀਂ ਤਾਂ ਭਲੇ ਦੀ ਆਨੇ ਆ। ਪਿੰਡੀ ਥਾਈਂ ਲੋਕ ਭੁੱਖੇ ਤਾਂ ਨਹੀਂ ਸੌਂਦੇ, ਜਿੱਥੇ ਹੋਰ ਕੁੜੀਆਂ ਕੰਮ ਕਰਦੀਆਂ ਇਹ ਕਰ ਲਿਆ ਕਰਨਗੀਆਂ। ਮੇਰੇ ਤਾਏ ਨੇ ਮੇਰੀਆਂ ਭੈਣਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ਜਿਹੜੀਆਂ ਉਸ ਵੇਲੇ ਰਸੋਈ 'ਚ ਬੈਠੀਆਂ ਆਪਸ 'ਚ ਘੁਸਰ ਮੁਸਰ ਕਰ ਰਹੀਆਂ ਸਨ ਤੇ ਕਦੇ ਤਾਏ ਵੱਲ ਕੌੜ ਨਾਲ ਵੇਖ ਲੈਂਦੀਆਂ ਸੀ। ਪਿਤਾ ਜੀ ਚੁੱਪ ਬੈਠੇ ਸਨ ਤੇ ਜਿਹੜਾ ਗੱਲ ਕਰਦਾ ਉਹਦੇ ਮੂੰਹ ਵੱਲ ਵੇਖੀ ਜਾਂਦੇ ਸਨ। ਕੀ ਕੰਮ ਕਰ ਲੈਣਗੀਆਂ ਕੁੜੀਆਂ? ਬੀਜੀ ਨੇ ਸਵਾਲ ਕੀਤਾ। ਥੋੜ੍ਹੇ ਕੰਮ ਆ ਉੱਥੇ? ਮਿਰਚਾਂ ਡੁੰਗ ਲਿਆਇਆ ਕਰਨਗੀਆਂ, ਕਪਾਹ ਚੁਗ ਲਿਆਇਆ ਕਰਨਗੀਆਂ, 20 ਕੰਮ ਹੈ। ਉਹਨੇ ਕਹਿੰਦੇ ਆਪਣੀ ਲੰਮੀ ਦਾੜੀ ਉੱਤੇ ਹੱਥ ਫੇਰਿਆ, ਢਿਲਕਾਇਆ, ਪੱਗ ਦਾ ਲੜ ਠੀਕ ਕੀਤਾ, ਸਾਫੇ ਨਾਲ ਮੱਥੇ ਤੋਂ ਮੁੜਕਾ ਪੂੰਝਿਆ ਤੇ ਮੰਜੇ 'ਤੇ ਸੂਤ ਹੋ ਕੇ ਬੈਠ ਗਿਆ। ਤਾਇਆ ਇਸ ਤਰ੍ਹਾਂ ਦੇ ਸਵਾਲ ਜਵਾਬ ਲਈ ਤਿਆਰ ਹੋ ਕੇ ਨਹੀਂ ਸੀ ਆਇਆ, ਇਸੇ ਲਈ ਉਹਨੇ ਗੱਲ ਹੋਰ ਪਾਸੇ ਪਾਉਣ ਲਈ ਕਿਹਾ। ਤਵਾੜ ਲੱਗਿਆ ਪਿਆ ਅੱਜ ਤਾਂ, ਵਾਹ ਤਾਂ ਜਮਾਂ ਹੀ ਖਲੋਈ ਪਈ ਹੈ। ਉਹਨੇ ਇਹ ਗੱਲ ਕਹਿ ਕੇ ਇੱਕ ਵਾਰ ਫੇਰ ਮੁੜਕਾ ਪੂੰਝਿਆ। ਚੰਗਾ ਭਾਈ, ਮੈਂ ਚੱਲਦਾ। ਕੁਝ ਚਿਰ ਮਗਰੋਂ ਤਾਏ ਨੇ ਕਿਹਾ ਤੇ ਮੰਜੇ ਤੋਂ ਉੱਠ ਖਲੋਤਾ। ਮੇਰੀ ਜੁੱਤੀ ਉਡਾਉਂਦਿਆਂ ਉਹਨੇ ਪਿਤਾ ਜੀ ਤੋਂ ਫੇਰ ਪੁੱਛਿਆ, ਤੇਰੀ ਆਪਦੀ ਕੀ ਸਲਾਹ ਹੈ ਬਈ? ਮੇਰੀ ਸਲਾਹ ਚੱਲਣ ਦਿੰਦੀ ਆ ਆਹ? ਇਹ ਚਾਹੁੰਦੀ ਆ ਮੈਂ ਭਰਾਵਾਂ ਨਾਲੋਂ ਟੁੱਟਿਆ ਹੀ ਰਹਾਂ। ਆਹੋ ਮੈਂ ਚਾਹੁੰਦੀ ਆ, ਬੀਜੀ ਨੇ ਉਹਨਾਂ 'ਚੋਂ ਟੋਕ ਕੇ ਕਿਹਾ। ਭਰਾ ਦਾ ਪੌਂਡ ਲਈ ਬੈਠਿਆ ਤੇਰੇ ਲਈ, ਮਾਰ ਹੱਥੀ ਛਾਵਾਂ ਕਰਨਗੇ ਤੇਰੇ 'ਤੇ। ਇੱਕ ਤਾਂ ਰੱਬ ਨੇ ਵੈਰ ਲਿਆ, ਹੁਣ ਆ ਬੰਦੇ ਨਹੀਂ ਜਿਉਣ ਦਿੰਦੇ। ਕਹਿੰਦੇ ਆ ਉਹਨਾਂ ਦੀਆਂ ਅੱਖਾਂ ਭਰ ਆਈਆਂ। ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਬੀਜੀ ਨੇ ਫੇਰ ਕਿਹਾ, ਮੈਂ ਨਹੀਂ ਘੱਲਣੀਆਂ ਆਪਣੀਆਂ ਕੁੜੀਆਂ ਮਿਰਚਾਂ ਡੁੰਗਣ। ਜੇ ਰੱਬ ਨੇ ਪਾਈ ਆ ਤਾਂ ਆਪੇ ਕੱਟੂਗਾ। ਇੱਥੇ ਰਹਿ ਕੇ ਥੋੜ੍ਹੀ ਖਾ ਲਾਂਗੇ, ਪਰ ਜੱਟਾਂ ਦੀਆਂ ਗਾਲਾਂ ਨਹੀਂ ਲੈਣੀਆਂ ਅਸੀਂ। ਮੁੜ ਕੇ ਪਿੰਡ ਜਾਣ ਦਾ ਭੋਗ ਨਾ ਪਾਇਓ ਮੇਰੇ ਕੋਲ। ਉਹਨਾਂ ਨੇ ਪੂਰੀ ਦ੍ਰਿੜਤਾ ਨਾਲ ਕਿਹਾ ਤੇ ਉੱਠ ਕੇ ਅੰਦਰ ਚਲੇ ਗਏ। ਤਾਇਆ ਛਿੱਥਾ ਜਿਹਾ ਪੈ ਕੇ ਪਰਤ ਗਿਆ। ਫਿਰ ਘਰ 'ਚ ਕਈ ਦਿਨ ਕਲੇਸ਼ ਪਿਆ ਰਿਹਾ। ਬੀਜੀ ਤੇ ਪਿਤਾ ਜੀ ਇਸ ਗੱਲ ਨੂੰ ਲੈ ਕੇ ਸਾਰਾ ਦਿਨ ਝਗੜਦੇ ਰਹਿੰਦੇ। ਅਸੀਂ ਨਿਆਣੇ ਕੰਧੀ ਕੋਲੀ ਲੱਗੇ ਡਰੇ ਜੇ ਝਾਕਦੇ ਰਹਿੰਦੇ। ਅਸੀਂ ਆਪ ਪਿੰਡ ਨਹੀਂ ਸੀ ਜਾਣਾ ਚਾਹੁੰਦੇ, ਇਸ ਲਈ ਸਾਨੂੰ ਪਿਤਾ ਜੀ ਤੇ ਤਾਇਆ ਬੜੇ ਬੁਰੇ ਲੱਗਦੇ, ਪਰ ਅਸੀਂ ਕਹਿੰਦੇ ਕੁਛ ਨਾ। ਪਿਤਾ ਜੀ ਦੀ ਪੱਕੀ ਜ਼ਿੱਦ ਸੀ ਕਿ ਹੁਣ ਸ਼ਹਿਰ ਕਿਰਾਏ ਤੇ ਮਕਾਨ 'ਚ ਨਹੀਂ ਰਹਿਣਾ, ਪਿੰਡ ਜਾ ਕੇ ਆਪਣੇ ਘਰ 'ਚ ਰਹਾਂਗੇ। ਬੀਜੀ ਵੀ ਇਹੀ ਧਾਰੇ ਬੈਠੇ ਸੀ ਕਿ ਸ਼ਹਿਰ ਹੀ ਰਹਿਣਾ। ਇੱਥੇ ਰਹਿੰਦਿਆਂ ਨਿਆਣੇ 4 ਅੱਖਰ ਪੜ੍ਹ ਜਾਣਗੇ, ਸਿਲਾਈ ਦਾ ਕੰਮ ਆਖਰ ਤੁਰ ਹੀ ਪਏਗਾ ਤੇ ਜਿਹੜੇ 4 ਪੈਸੇ ਬਚੇ ਆ ਉਹ ਲਾ ਕੇ ਥੋੜ੍ਹੀ ਜਿਹੀ ਥਾਂ ਲੈ ਕੇ ਸਿਰ ਲੁਕਾਉਣ ਜੋਗੀ ਛਤੌਰ ਕਰ ਲੈਂਦੇ ਆ।
ਪਰ ਪਿਤਾ ਜੀ ਦੇ ਇਹ ਗੱਲ ਮਨ ਨਹੀਂ ਸੀ ਲੱਗਦੀ। ਇੱਕ ਤਾਂ ਘਰ 'ਚ ਭੁੱਖ ਵਰਤੀ ਪਈ ਸੀ ਤੇ ਦੂਜਾ ਇਹ ਕਲੇਸ਼। ਸ਼ਾਇਦ ਭੁੱਖ ਹੀ ਲੜੀ ਸੀ ਜਾਂ ਕੋਈ ਹੋਰ ਕਾਰਨ ਕਿ ਇਹਨਾਂ ਹੀ ਦਿਨਾਂ 'ਚ ਪਿਤਾ ਜੀ ਬੀਜੀ ਉੱਤੇ ਹੱਥ ਚੁੱਕਿਆ ਸੀ। ਫਿਰ ਸਗੋਂ ਲੜਾਈ ਹੋਰ ਮੱਘ ਪਈ ਸੀ। ਮੈਨੂੰ ਉਦੋਂ ਤਾਂ ਇਹ ਗੱਲ ਸਮਝ ਨਹੀਂ ਸੀ ਆਈ ਕਿ ਪਿਤਾ ਜੀ ਪਿੰਡ ਕਿਉਂ ਜਾਣਾ ਚਾਹੁੰਦੇ ਆ, ਪਰ ਹੁਣ ਸੋਚਦਾ ਕਿ ਸ਼ਾਇਦ ਉਹਨਾਂ ਦੇ ਮਨ 'ਚ ਪੁਰਾਣੇ ਦਿਨ ਲਟਕੇ ਹੋਣ। ਉਹ ਦਿਨ ਜਦੋਂ ਪੰਜੇ ਭਰਾ ਸਾਰੇ ਪਰਿਵਾਰ ਨਾਲ ਹੁਣ ਖੋਲਾ ਬਣ ਚੁੱਕੇ ਘਰ 'ਚ ਰਹਿੰਦੇ ਸਨ ਤੇ ਉਸੇ ਘਰ 'ਚ ਪ੍ਰਵਾਨ ਚੜ੍ਹੇ ਸਨ। ਉਹ ਦਿਨ ਜਦੋਂ ਉਹ ਘਰ ਵਿੱਚ ਰੌਣਕ ਲੱਗੀ ਰਹਿੰਦੀ ਸੀ। ਉਸ ਘਰ ਦੇ ਹਾਸੇ ਦੀ ਗੂੰਜ ਸਾਰੇ ਪਿੰਡ ਦੀ ਫਿਜ਼ਾ 'ਚ ਸ਼ਹਿਦ ਘੋਲ ਦਿੰਦੀ ਸੀ। ਉਹ ਦਿਨ ਜਦੋਂ ਗਰਮੀਆਂ ਦੀ ਰੁੱਤੇ ਅੰਬ ਚੁੱਪਣ ਜਾਇਆ ਕਰਦੇ ਸਨ ਤੇ ਮੁੜਦੇ ਹੋਏ ਸੂਏ 'ਚ ਤਾਰੀਆਂ ਲਾਇਆ ਕਰਦੇ ਸਨ। ਉਹ ਦਿਨ ਜਦੋਂ ਉਸ ਘਰ ਦੀ ਖੁਰਲੀ ਉੱਤੇ ਬੂਰੀਆਂ ਵੱਜੀਆਂ ਰਹਿੰਦੀਆਂ ਸਨ ਤੇ ਉਹ ਆਪਣੀ ਆਪਣੀ ਮੱਲੀ ਹੋਈ ਮੱਝ ਦੀਆਂ ਧਾਰਾਂ ਲਿਆ ਕਰਦੇ ਸਨ। ਉਹ ਦਿਨ ਜਦੋਂ ਵਾਢੀਆਂ ਦੀ ਰੁੱਤੇ ਦੁਕਾਨ ਉੱਤੇ ਬੈਠੇ ਪੱਖਾ ਗੇੜਿਆ ਕਰਦੇ ਸਨ ਤੇ ਝੋਲੀ ਵਿੱਚੋਂ ਭੱਠੀ ਦੇ ਭੁਨਾਏ ਦਾਣੇ ਚੱਬਦੇ ਰਹਿੰਦੇ ਸਨ ਤੇ ਉਹਨਾਂ ਦਾ ਬਾਪੂ ਲਾਲ ਸੁਰਖ ਲੋਹੇ ਨੂੰ ਠੱਪਦਾ ਦਾਤੀਆਂ ਰੰਬੇ ਬਣਾਉਂਦਾ ਰਹਿੰਦਾ ਸੀ। ਫਿਰ ਸਮੇਂ ਦੇ ਬੀਤਣ ਨਾਲ ਸਾਰੇ ਜੀ ਪਿੰਡੋਂ ਚਲੇ ਗਏ ਸਨ। ਮੇਰਾ ਵੱਡਾ ਤਾਇਆ ਮੇਰੇ ਪਿਤਾ ਜੀ ਵਾਲੀ ਬਿਮਾਰੀ ਨਾਲ ਹੀ ਚੱਲ ਵਸਿਆ। ਉਹ ਤੋਂ ਨਿੱਕਾ ਘਰ ਵਾਲੀ ਦਾ ਸਤਾਇਆ ਘਰੋਂ ਨਿਕਲ ਗਿਆ ਤੇ ਦੂਜੇ ਦੋ ਹੋਰਨੀ ਪਿੰਡੀ ਜਾ ਬੈਠੇ। ਪਿਤਾ ਜੀ ਫੌਜ 'ਚ ਚਲੇ ਗਏ। ਹਾਸੇ ਨਾਲ ਮਹਿਕਦਾ ਘਰ ਸਖਣਾ ਹੋ ਗਿਆ। ਚੌਂਕੇ ਦੇ ਬਨੇਰਿਆਂ ਵਾਲੇ ਤੋਤੇ ਕਬੂਤਰ ਗੁਟਕਣੋਂ ਹਟ ਗਏ। ਖੁਰਲੀਆਂ ਯਤੀਮ ਹੋ ਗਈਆਂ। ਲਿੱਪੀਆਂ ਪੋਚੀਆਂ ਕੰਧਾਂ ਉੱਤੇ ਹੌਲੀ ਹੌਲੀ ਘਰਾਲਾਂ ਆਪਣੇ ਨਿਸ਼ਾਨ ਛੱਡਣ ਲੱਗ ਪਈਆਂ ਤੇ ਫਿਰ ਕੋਠੇ ਢਹਿਣੇ ਸ਼ੁਰੂ ਹੋ ਗਏ। ਪਿਤਾ ਜੀ ਜਿਵੇਂ ਬੀਤੇ ਸਮੇਂ ਨੂੰ ਮੋੜ ਲਿਆਉਣਾ ਚਾਹੁੰਦੇ ਸਨ। ਮੈਨੂੰ ਯਾਦ ਹੈ ਜਦੋਂ ਛੁੱਟੀ ਆਇਆ ਕਰਦੇ ਸਨ ਪਿੰਡ ਜ਼ਰੂਰ ਜਾਇਆ ਕਰਦੇ ਸਨ। ਕਈ ਵਾਰ ਮੈਨੂੰ ਵੀ ਨਾਲ ਲੈ ਜਾਂਦੇ। ਉਹ ਕਿਸੇ ਨੂੰ ਸੱਦ ਕੇ ਸਾਰੇ ਵਿਹੜੇ 'ਚ ਝਾੜੂ ਫਿਰਵਾਉਂਦੇ, ਥੋੜ੍ਹੀ ਬਹੁਤੀ ਲਿਪਾ ਪੋਚੀ ਵੀ ਕਰਵਾਉਂਦੇ। ਅਗਲੇ ਸਾਲ ਤੱਕ ਕੋਠੇ ਫੇਰ ਪਹਿਲਾਂ ਵਰਗੇ ਹੀ ਹੋ ਜਾਂਦੇ, ਪਰ ਉਹ ਆਪਣੀ ਕੋਸ਼ਿਸ਼ ਨਾ ਛੱਡਦੇ ਜਿਵੇਂ ਕੁਦਰਤ ਨਾਲ ਆਡਾ ਲਾਇਆ ਹੋਵੇ। ਤੇ ਹੁਣ ਜਦੋਂ ਮੁੜ ਪਿੰਡ ਚਲੇ ਜਾਣ ਦੀ ਗੱਲ ਤੁਰੀ ਸੀ ਤਾਂ ਉਹ ਇੱਕਦਮ ਤਿਆਰ ਹੋ ਗਏ ਸਨ। ਪਤਾ ਨਹੀਂ ਕਿਉਂ ਇਹ ਗੱਲ ਉਹਨਾਂ ਦੇ ਮਨ ਵਿੱਚ ਆਪੇ ਕਿਉਂ ਨਹੀਂ ਸੀ ਆਈ। ਤਾਏ ਦੇ ਕਹਿਣ ਦੀ ਦੇਰ ਸੀ ਕਿ ਉਹ ਮੰਨ ਗਏ ਤੇ ਘਰ 'ਚ ਝਗੜਾ ਸ਼ੁਰੂ ਹੋ ਗਿਆ। ਕਈ ਦਿਨ ਕਿਚ-ਕਿਚ ਹੁੰਦੀ ਰਹੀ। ਇਸ ਦੌਰਾਨ ਮੇਰਾ ਤਾਇਆ ਇੱਕ ਦੋ ਵਾਰ ਆਇਆ। ਪਹਿਲਾਂ ਵਾਲੀਆਂ ਹੀ ਗੱਲਾਂ ਹੋਈਆਂ। ਆਖਰ ਨੂੰ ਬੀਜੀ ਨੂੰ ਹਾਰ ਮੰਨਣੀ ਪਈ। ਪਿੰਡ ਇੱਕ ਕੋਠੇ ਦੀ ਲਿਪਾਈ ਕਰਵਾਈ ਗਈ। ਵਿਹੜਾ ਸੰਭਰਿਆ ਗਿਆ। ਸਮਾਨ ਲਿਜਾਣ ਲਈ ਗੱਡੇ ਦਾ ਪ੍ਰਬੰਧ ਵੀ ਕਰ ਲਿਆ ਗਿਆ। ਪਿੰਡ ਚਲੇ ਜਾਣ 'ਚ ਅਜੇ 4 ਕੁ ਦਿਨ ਰਹਿੰਦੇ ਸੀ ਕਿ ਇੱਕ ਸਵੇਰ ਮੇਰਾ ਤਾਇਆ ਸੁੱਖ ਸੰਦ ਪੁੱਛਣ ਤੋਂ ਮਗਰੋਂ ਚਾਹ ਦਾ ਗਲਾਸ ਫੜਦਿਆਂ ਉਹਨੇ ਮੇਰੇ ਪਿਤਾ ਜੀ ਨਾਲ ਗੱਲ ਸ਼ੁਰੂ ਕੀਤੀ। ਆਪਣਾ ਪਿੰਡ ਵਾਲਾ ਥਾਂ ਨਾ ਉਹ ਵਿਕਦਾ ਹੈ। ਸਿੰਘਾਪੁਰ ਵਾਲਿਆਂ ਦਾ ਮੁੰਡਾ ਪੁੱਛਦਾ ਸੀ। ਮੈਂ ਕਹਿਤਾ ਅਸੀਂ ਨਹੀਂ ਵੇਚਣਾ, ਅਸੀਂ ਆਪ ਰਿਹਾਇਸ਼ ਕਰਨੀ ਹੈ ਇੱਥੇ। ਉਹਨੇ ਰੁਕ ਕੇ ਸਾਰੀ ਗੱਲ ਕਹਿ ਦਿੱਤੀ। ਹੁਣ ਜਦੋਂ ਅਸੀਂ 4 ਦਿਨਾਂ ਨੂੰ ਪਿੰਡ ਚਲੇ ਜਾਣਾ ਸੀ ਤਾਂ ਇਸ ਗੱਲ ਦਾ ਕੀ ਮਤਲਬ? ਸੁਣਦਿਆਂ ਹੀ ਪਿਤਾ ਜੀ ਆਪੇ 'ਚੋਂ ਬਾਹਰ ਹੋ ਗਏ। ਰੋਗ ਕਾਰਨ ਹਿੱਲਦੇ ਹੱਥ ਪੈਰ ਜ਼ੋਰ ਦੀ ਹਿੱਲਣ ਲੱਗ ਪਏ ਤੇ ਸਿਰ ਜ਼ੋਰ ਦੀ ਵੱਜਣ ਲੱਗ ਪਿਆ। ਉਹਨਾਂ ਪੂਰੇ ਗੁੱਸੇ ਨਾਲ ਤਾਏ ਦੇ ਚਿਹਰੇ ਵੱਲ ਵੇਖਿਆ, ਜਿਹੜਾ ਪਿਤਾ ਜੀ ਦੇ ਅਚਾਨਕ ਬਦਲੇ ਰੰਗ ਨੂੰ ਵੇਖ ਕੇ ਡਰ ਗਿਆ ਸੀ। ਅੰਦਰਲੀ ਨਮੋਸ਼ੀ ਕਰਕੇ ਉਹਦਾ ਰੰਗ ਹੋਰ ਕਾਲਾ ਹੋ ਗਿਆ ਸੀ। ਅੱਖਾਂ ਝੁਕ ਗਈਆਂ। ਪਿਤਾ ਜੀ ਨੂੰ ਮੰਜੇ ਤੋਂ ਉੱਠਦਿਆਂ ਵੇਖ ਕੇ ਉਹ ਥੋੜ੍ਹਾ ਜਿਹਾ ਕੰਧ ਵੱਲ ਸਰਕ ਗਿਆ ਤੇ ਥੋੜ੍ਹਾ ਜਿਹਾ ਚੌਕਸ ਹੋ ਗਿਆ। ਕਿਹੜਾ ਕੰਜਰ ਲੈਂਦਾ ਹੈ ਥਾਂ? ਪਿਤਾ ਜੀ ਨੇ ਹੱਥ ਹਵਾ 'ਚ ਲਹਿਰਾਉਂਦਿਆਂ ਕਿਹਾ। ਤੂੰ ਆਪਣੇ ਹਿੱਸੇ ਦੇ ਪੈਸੇ ਭਾਲਦਾ, ਹੋਰ ਕੁਝ ਨਹੀਂ ਗੱਲ ਵਿੱਚੋਂ। ਕਿਸੇ ਸਾਲੇ ਤੋਂ ਮੁੱਲ ਪੁਆ ਆਇਆ ਹੋਣਾ ਹੈ। ਥਾਂ ਵਿਕਦਾ, ਕਿੰਨੇ ਦਾ ਵਿਕਦਾ ਹੈ? ਦੱਸ ਕਾਂ ਕਿੰਨੇ ਦਾ ਵਿਕਦਾ? ਪਿੰਡ ਨਾ ਹੋ ਗਿਆ, ਚੰਡੀਗੜ੍ਹ ਹੋ ਗਿਆ। 200 ਦਾ ਹੋਊ, ਵਿੱਚੋਂ 100 ਲਈ ਝੂਠ ਬੋਲਦਿਆਂ ਸ਼ਰਮ ਤਾਂ ਨਹੀਂ ਆਈ ਹੋਣੀ? ਪਿਤਾ ਜੀ ਗੁੱਸੇ 'ਚ ਲਗਾਤਾਰ ਬੋਲੀ ਜਾਂਦੇ ਸਨ। ਤਾਇਆ ਨਿੰਮੋ ਝੂਣ ਹੋਇਆ ਬੈਠਾ ਸੀ। ਸਦਾ ਮਦਦ ਕਰਨ ਵਾਲਾ ਤਾਇਆ ਪਤਾ ਨਹੀਂ ਇੰਨੇ ਥੋੜ੍ਹੇ ਜਿਹੇ ਪੈਸਿਆਂ ਉੱਤੇ ਕਿਉਂ ਡੋਲ ਗਿਆ ਸੀ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਉਹਦੇ ਚਿਹਰੇ 'ਤੇ ਪਛਤਾਵੇ ਦੀਆਂ ਰੇਖਾਵਾਂ ਵੀ ਉੱਭਰ ਆਈਆਂ ਸਨ, ਪਰ ਹੁਣ ਗੱਲ ਤਾਂ ਹੱਥੋਂ ਨਿਕਲ ਚੁੱਕੀ ਸੀ। ਉਹਨੇ ਪਿਤਾ ਜੀ ਨੂੰ ਸ਼ਾਂਤ ਕਰਨ ਲਈ ਕਿਹਾ, ਲੈ ਹੈ ਕਮਲਾ, ਉਹ ਮੈਂ ਕੀ ਕਰਨੇ ਆ ਪੈਸੇ? ਮੈਂ ਤਾਂ ਤੈਨੂੰ ਗੱਲ ਦੱਸੀ ਆ ਨਾ, ਗੱਲ ਦੱਸਣ ਨੂੰ ਹੈ ਕਿਹੜੀ? ਮੈਥੋਂ ਭੁੱਲਿਆ ਨਹੀਂ ਤੂੰ? ਜਾ ਕੇ ਵੇਚ ਦੇ ਤੇ ਮੇਰੇ ਹਿੱਸੇ ਦੇ ਪੈਸੇ ਫੜਾ ਜਾਈਂ। ਅਸੀਂ ਨਹੀਂ ਜਾਂਦੇ ਹੁਣ ਪਿੰਡ, ਬਸ ਦੱਸ ਦਿੱਤਾ ਤੈਨੂੰ। ਪਿਤਾ ਜੀ ਨੇ ਫੈਸਲਾ ਸੁਣਾਇਆ ਤੇ ਫਿਰ ਹਵਾ ਨੂੰ ਘੂਰਨ ਲੱਗ ਪਏ। ਅੰਬਾਂ ਦੇ ਬਾਗ ਫਿਰ ਦੂਰ ਚਲੇ ਗਏ। ਚੌਂਕੇ ਦੀਆਂ ਕੰਧਾਂ ਵਾਲੇ ਤੋਤੇ ਕਬੂਤਰ ਫਿਰ ਮਿੱਟੀ ਬਣ ਗਏ।
ਪੁਰਾਣੇ ਦਿਨ ਨੇੜੇ ਆਉਂਦੇ ਆਉਂਦੇ ਫੇਰ ਬੀਤੇ ਦੇ ਹਨੇਰੇ 'ਚ ਗੁਆਚ ਗਏ। ਇਸ ਹਨੇਰੇ 'ਚ ਮੈਂ ਵੇਖਿਆ ਪਿਤਾ ਜੀ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਸਨ। ਉਹਨਾਂ ਦਾ ਪਹਿਲਾਂ ਹੀ ਨਿਤਾਣਾ ਬਦਨ ਹੋਰ ਨਿਤਾਣਾ ਹੋ ਗਿਆ। ਉਹਨਾਂ ਨੇ ਹਕਾਰਤ ਨਾਲ ਮੇਰੇ ਤਾਏ ਵੱਲ ਵੇਖਿਆ ਤੇ ਉੱਠ ਕੇ ਦਰੋਂ ਬਾਹਰ ਹੋ ਗਏ। ਫਿਰ ਤਾਇਆ ਜੀ ਵੀ ਚਲਾ ਗਿਆ। ਇਸ ਗੱਲ ਨੂੰ ਕਈ ਵਰ੍ਹੇ ਹੋ ਗਏ ਆ। ਵਾਰੀ ਵਾਰੀ ਪਿਤਾ ਜੀ ਤੇ ਤਾਇਆ ਸਮੇਂ ਦੀ ਧੂੜ 'ਚ ਮਿਲ ਗਏ, ਪਰ ਉਹ ਥਾਂ ਅਜੇ ਤੱਕ ਨਹੀਂ ਵਿਕਿਆ। ਗੁਆਚ ਗਏ ਹਾਸਿਆਂ ਨੂੰ ਉਹ ਅਜੇ ਵੀ ਤਰਸ ਰਿਹਾ ਸੀ। ਧੰਨਵਾਦ।